बिस्मिल्लाहिर्रहमानिर्रहीम अस्सलामु अलैकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ ईमान दे विच रखे। अज दे व्लॉग दे विच मैं तुहानूं एक ऐसी स्टोरी और वाक़या सुणावांगा जिहड़ा दुबई दे विच एक बंदा रहिंदा, उहदी बीवी ने उहदे नाल बेवफाई कीती और फिर उहने अगों उहदे नाल की सलूक कीता। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ। ਇਹ ਵਾਕਿਆ ਹੈਦਰਾਬਾਦ ਸਿੰਧ ਆਇਆ। ਉੱਥੇ ਇੱਕ ਗੋਠ ਹੁੰਦੀ ਆ, ਉੱਥੇ ਇੱਕ ਮਿਠਨ ਨਾਮੀ ਆਦਮੀ ਰਹਿੰਦਾ ਜਿਹਦੀ ਉਮਰ 32 ਸਾਲ ਹੁੰਦੀ ਆ ਔਰ ਉਹ ਦੁਬਈ ਦੇ ਵਿੱਚ ਕੰਮ ਕਰਦਾ। ਉਹਨੇ ਚੰਗੀ ਕਮਾਈ ਕੀਤੀ ਦੁਬਈ ਦੇ ਵਿੱਚ। ਕਮਾਈ ਕਰਕੇ ਉਹਨੇ ਆਪਣੇ ਭੈਣ ਭਰਾਵਾਂ ਦੀ ਸ਼ਾਦੀ ਕੀਤੀ, ਆਪਣੇ ਮਾਂ ਪਿਓ ਨੂੰ ਉਮਰਾ ਕਰਾਇਆ ਔਰ ਘਰ-ਬਾਰ ਉਹਨੇ ਸੁਥਰਾ ਬਣਾ ਲਿਆ। ਉਸ ਤੋਂ ਬਾਅਦ ਉਹਨੇ ਉੱਥੇ ਪਿੰਡ ਦੇ ਵਿੱਚ ਕੋਈ ਜ਼ਮੀਨ ਵਗੈਰਾ ਵੀ ਖਰੀਦੀ, ਕੋਈ ਪਲਾਟ ਵਗੈਰਾ ਵੀ ਖਰੀਦਿਆ। ਉਹਦੇ ਘਰ ਦੇ ਕਹਿਣ ਲੱਗੇ ਕਿ ਮਿੱਠਣ ਹੁਣ ਤੂੰ ਨਾ ਸ਼ਾਦੀ ਕਰਾ ਲਾ ਕਿਉਂਕਿ ਤੇਰੀ ਉਮਰ 32 ਸਾਲ ਹੋ ਗਈ ਆ। ਉਹ ਮਿੱਠਣ ਜਿਹੜਾ ਸੀ ਰੰਗ ਦਾ ਜ਼ਰਾ ਕਾਲਾ ਜਿਹਾ ਸੀ, ਪੱਕਾ ਜਿਹਾ ਉਹਦਾ ਰੰਗ ਸੀ, ਉਮਰ 32 ਸਾਲ ਹੋ ਗਏ। ਉਹ ਕਹਿੰਦਾ ਠੀਕ ਆ ਅੰਮਾ ਜੀ, ਕੋਈ ਰਿਸ਼ਤਾ ਲੱਭ ਲਓ ਤੇ ਸ਼ਾਦੀ ਕਰ ਦਿਓ। ਤੇ ਉਹਦੇ ਘਰ ਵਾਲਿਆਂ ਨੇ ਇੱਕ ਰਿਸ਼ਤਾ ਲੱਭਿਆ। ਉਸ ਲੜਕੀ ਦੀ ਉਮਰ ਜਿਹੜੀ ਸੀ 19-20 ਸਾਲ ਸੀ, ਨੌਜਵਾਨ ਸੀ, ਬੜੀ ਖੂਬਸੂਰਤ ਲੜਕੀ ਸੀ। ਉਹਨਾਂ ਨੇ ਉਹਦੀ ਤਸਵੀਰ ਉਹਨੂੰ ਭੇਜੀ, ਉਹਨੇ ਪਸੰਦ ਕਰ ਲਿਆ। ਉਹਨੇ ਕਿਹਾ ਠੀਕ ਆ, ਰਿਸ਼ਤਾ ਤੈਅ ਕਰ ਦਿਓ। ਦਿਨ ਦੁਨ ਰੱਖੇ ਜਾਂਦੇ ਨੇ, ਉਹਨੂੰ ਬੁਲਾ ਲਿਆ ਜਾਂਦਾ, ਆ ਜਾ ਬਈ ਹੁਣ ਤੇਰੀ ਸ਼ਾਦੀ ਆ। ਉਹ ਆਪਣੀ ਸ਼ਾਦੀ ਤੇ ਆ ਜਾਂਦਾ। ਉਹਦੀ ਸ਼ਾਦੀ ਜਿਹੜੀ ਆ ਉਹ ਫਿਰ ਬੜੇ ਧੂਮਧਾਮ ਦੇ ਨਾਲ ਹੁੰਦੀ ਆ। ਉਹਦੀ ਬੇਗਮ ਦਾ ਨਾਮ ਸੀ ਮੁਕੱਦਸ। ਉਹ ਕਹਿਣ ਲੱਗਾ ਕਿ ਇੱਥੇ ਮੈਂ ਇੱਕ ਬਹੁਤ ਬੜੀ ਸੁਸਾਇਟੀ ਬਣਾਵਾਂਗਾ ਤੇ ਉਹਦਾ ਨਾਮ ਰੱਖਾਂਗਾ ਰਾਣੀਪੁਰ। ਤੇ ਉਹ ਬੜੀ ਖੁਸ਼ ਹੋਈ ਮੁਕੱਦਸ ਜਿਹੜੀ ਸੀ। ਤੇ ਉਹ ਫਿਰ ਸ਼ਾਦੀ ਤੋਂ ਬਾਅਦ ਕਾਫੀ ਘੁੰਮਣ ਫਿਰਨ ਵੀ ਜਾਂਦੇ ਸੀ, ਇੰਜੋਏ ਕਰਦੇ ਸੀ। ਕੋਈ ਹਨੀਮੂਨ ਵੀ ਉਹਨਾਂ ਨੇ ਮਨਾਇਆ। ਰਾਤ ਨੂੰ ਖਾਣਾ ਛਾਣਾ ਵੀ ਬਾਹਰ ਖਾਣ ਜਾਂਦੇ ਸੀ ਹੋਟਲਾਂ ਦੇ। ਤੇ ਕਿਉਂਕਿ ਪੈਸਾ ਹੈ ਸੀ। ਤੇ ਫਿਰ ਇੱਕ ਟਾਈਮ ਆ ਗਿਆ ਕਿ ਉਹ ਕਹਿਣ ਲੱਗਾ ਕਿ ਹੁਣ ਮੇਰੀ ਛੁੱਟੀ ਮੁੱਕ ਗਈ ਤੇ ਮੈਂ ਦੁਬਈ ਚੱਲਾਂ। ਉਹ ਬਾਹਰ ਦੁਬਈ ਚਲੇ ਜਾਂਦਾ। ਜਿਸ ਵੇਲੇ ਬਾਹਰ ਦੁਬਈ ਜਾਂਦਾ ਤੇ ਪਿੱਛੋਂ ਜਿਹੜੀ ਆ ਇਹਦੀ ਬੀਵੀ ਜਿਹੜੀ ਆ ਉਹ ਇਹਨੂੰ ਫੋਨ ਕਰਦੀ ਆ ਕੁਝ ਦਿਨ ਬਾਅਦ ਕਿ ਇੱਥੇ ਇੱਕ ਕੰਪਿਊਟਰ ਕੋਰਸ ਕਰਾਉਂਦੇ ਨੇ ਤੇ ਮੈਂ ਚਾਹੁੰਦੀ ਆ ਵੀ ਕੰਪਿਊਟਰ ਕੋਰਸ ਕਰ ਲਾਂ। ਉਹ ਕਹਿਣ ਲੱਗਾ ਠੀਕ ਆ, ਜਿੰਨੇ ਪੈਸੇ ਲੱਗਦੇ ਨੇ ਕੋਰਸ ਤੇ ਤੂੰ ਕਰ ਲਾ, ਮੈਂ ਭੇਜ ਦਿਆਂਗਾ। ਉਹ ਵੈਸੇ ਵੀ ਬੜੇ ਯਾਨੀ ਪੈਸੇ ਵਾਲੇ ਹੁੰਦੇ ਨੇ, ਨੌਕਰ ਚਾਕਰ ਕੰਮ ਕਰਦੇ ਨੇ ਘਰ, ਤੇ ਪੈਸਾ ਇਹਦੇ ਕੋਲ ਖੁੱਲਾ ਹੁੰਦਾ। ਤੇ ਇਹ ਉੱਥੇ ਕੰਪਿਊਟਰ ਵਾਲੇ ਕੋ ਜਾ ਕੇ ਤੇ ਜਿਸ ਵੇਲੇ ਉੱਥੇ ਪਹੁੰਚਦੀ ਆ ਦੇਖਦੀ ਆ ਉੱਥੇ ਇਹਦਾ ਉਹ ਆਸ਼ਿਕ ਸੀ ਜਿਹੜਾ ਪੁਰਾਣਾ, ਉਹ ਹੀ ਸੀ ਕੰਪਿਊਟਰ ਮਾਸਟਰ ਜਿਹੜਾ ਕੰਪਿਊਟਰ ਸਿਖਾਉਂਦਾ ਸੀ। ਤੇ ਇਹ ਤਾਂ ਇੱਕ ਬਹਾਨਾ ਸੀ ਨਾ ਵੀ ਮੈਂ ਕੋਰਸ ਕਰਨਾ। ਇਹ ਫਿਰ ਉਹ ਆਪਣੇ ਆਸ਼ਿਕ ਨਾਲ ਉੱਥੇ ਰੰਗ ਰਲੀਆਂ ਮਨਾਉਂਦੀ ਆ, ਦਿਨ ਨੂੰ ਸਾਰਾ ਦਿਨ ਰਹਿੰਦੀ ਆ, ਅਜੈਸ਼ੀ ਮਾਰਦੇ ਨੇ, ਪੈਸਾ ਖੁੱਲਾ ਹੁੰਦਾ ਆ। ਤੇ ਉਹ ਕੰਪਿਊਟਰ ਵਾਲਾ ਵੀ ਫਿਰ ਇਹਦੇ ਪੈਸੇ ਤੇ ਅਜੈਸ਼ੀ ਮਾਰਦਾ। ਉਸ ਤੋਂ ਬਾਅਦ ਫਿਰ ਉਹ ਮਿੱਠਣ ਜਿਹੜਾ ਆਪਣੀ ਬੀਵੀ ਮੁਕੱਦਸ ਨੂੰ ਫੋਨ ਕਰਦਾ ਕਿ ਮੈਂ ਪਾਕਿਸਤਾਨ ਆ ਰਿਹਾ ਤਾਂ ਕਿ ਮੈਂ ਇੱਕ ਵਾਰੀ ਫਿਰ ਜਮਾ ਹੋ ਸਕਦਾ ਅੱਲਾਹ ਤਾਲਾ ਸਾਨੂੰ ਔਲਾਦ ਦੇ ਦੇਵੇ ਕਿਉਂਕਿ ਔਲਾਦ ਹਜੇ ਕੋਈ ਉਮੀਦ ਨਹੀਂ ਸੀ ਹੋਈ। ਉਹ ਕਹਿੰਦੀ ਆ ਜਾ। ਤੇ ਉਹਨੇ ਫਿਰ ਜਿਸ ਵੇਲੇ ਉਹ ਆਪਣੇ ਆਸ਼ਿਕ ਨੂੰ ਦੱਸਿਆ ਕਿ ਮੇਰਾ ਖਾਮਦ ਆ ਰਿਹਾ, ਤੂੰ ਨਾ ਅੱਜ ਤੋਂ ਬਾਅਦ ਮੈਨੂੰ ਫੋਨ ਨਹੀਂ ਕਰਨਾ ਤੇ ਨਾ ਆਣਾ ਤੇ ਨਾ ਮੈਨੂੰ ਮਿਲਣਾ। ਤੇ ਉਹ ਆਸ਼ਿਕ ਜਿਹੜਾ ਸੀ ਉਹ ਕਹਿੰਦਾ ਦਫਾ ਮਾਰ, ਤੂੰ ਐਡੀ ਖੂਬਸੂਰਤਾਂ ਸੋਹਣੀਆਂ ਤੇ ਨੌਜਵਾਨ ਆ, ਉਹ 32 ਸਾਲ ਦਾ ਆ ਤੇ ਕਾਲਾ ਰੰਗ ਆ ਉਹਦਾ, ਦਫਾ ਮਾਰ, ਉਹਨੂੰ ਛੱਡ ਦੇ, ਤੂੰ ਮੇਰੇ ਨਾਲ ਸ਼ਾਦੀ ਕਰ ਲਾ ਤੇ ਆਪਾਂ ਦੋਨੋਂ ਨੱਸ ਚੱਲਦੇ ਆ। ਤੇ ਉਹ ਜਿਹੜੀ ਆ ਉਹਦੇ ਨਾਲ ਐਗਰੀ ਹੋ ਜਾਂਦੀ ਆ। ਤੇ ਉਹ ਫਿਰ ਜਿਸ ਵੇਲੇ ਉਹਦੇ ਨਾਲ ਐਗਰੀ ਹੋ ਜਾਂਦੀ ਉਹ ਸਾਰਾ ਘਰ ਦਾ ਜ਼ੇਵਰ ਵਗੈਰਾ, ਨਗਦੀ ਵਗੈਰਾ, ਪੈਸੇ ਇਕੱਠੇ ਕਰਦੀ ਆ ਤੇ ਉਹਦੇ ਨਾਲ ਨਿਕਲ ਜਾਂਦੀ ਹੈ। ਇਹ ਜਾ ਕੇ ਹੈਦਰਾਬਾਦ ਸ਼ਹਿਰ ਦੇ ਵਿੱਚ ਕੋਈ ਕਿਰਾਏ ਦੇ ਮਕਾਨ ਲੈ ਲੈਂਦੇ ਨੇ, ਉੱਥੇ ਰਹਿੰਦੇ ਨੇ। ਦੂਸਰੇ ਦਿਨ ਉਹਦਾ ਖਾਮਦ ਜਿਹੜਾ ਫੋਨ ਕਰਦਾ, ਇਹਦਾ ਮੋਬਾਈਲ ਜਿਹੜਾ ਬੰਦ ਜਾਂਦਾ। ਉਹ ਫਿਰ ਘਰ ਫੋਨ ਕਰਦਾ ਤੇ ਜਿਸ ਵੇਲੇ ਘਰ ਫੋਨ ਕਰਦਾ ਤੇ ਉਹਦੀ ਅੰਮੀ ਜਿਹੜੀ ਆ ਘਰ ਦੇ ਵਿੱਚ ਰੌਲਾ ਬਣਿਆ ਹੁੰਦਾ ਤੇ ਉਹ ਕਹਿੰਦਾ ਕੀ ਰੌਲਾ?
ਤੇ ਉਹ ਕਹਿੰਦੀ ਆ ਕਿ ਤੇਰੀ ਬੀਵੀ ਜਿਹੜੀ ਸੀ ਉਹ ਜ਼ੇਵਰ ਵਗੈਰਾ ਨਗਦੀ ਸਾਰਾ ਕੁਝ ਲੈ ਕੇ ਨੱਸ ਗਈ ਆ ਤੇ ਪਤਾ ਨਹੀਂ ਕਿੱਥੇ ਚਲੇ ਗਈ ਆ। ਤੇ ਉਹ ਕਹਿੰਦਾ ਮੈਂ ਤਾਂ ਅੱਜ ਆਣਾ ਸੀ। ਉਹਨੇ ਆਪਣੀ ਅੰਮੀ ਅੱਬੇ ਨੂੰ ਕਿਹਾ ਕਿ ਮੈਂ ਹੁਣ ਨਾ ਫਿਲਹਾਲ ਨਹੀਂ ਆਂਦਾ, ਮੈਂ ਮਿਸ ਕਰ ਦਿੰਦਾ ਤੇ ਮੈਂ ਫਿਰ ਬਾਅਦ ਚ ਆਵਾਂਗਾ। ਉਹਦੇ ਘਰ ਦੇ ਕਹਿੰਦੇ ਕੋਈ ਗੱਲ ਨਹੀਂ, ਉਹ ਨੱਸ ਗਈ ਹੈ ਤਾਂ ਤੂੰ ਤਾਂ ਆ ਜਾਣਾ, ਫਿਰ ਜਾ। ਤੇ ਖੈਰ ਉਹ ਨਹੀਂ ਆਇਆ। ਉਹਨੇ ਫਿਰ ਦਿਲ ਦੇ ਵਿੱਚ ਸੋਚਿਆ ਕਿ ਹੁਣ ਮੈਂ ਇਹਦੇ ਜਨਾਜ਼ੇ ਤੇ ਹੀ ਜਾਵਾਂਗਾ। ਉੱਥੋਂ ਉਹ ਚੁੱਕਦਾ, ਫੋਨ ਕਰਦਾ, ਉਹਦੇ ਕੁਝ ਮਿਲਣੇ ਵਾਲੇ ਹੁੰਦੇ ਨੇ ਦੋਸਤ ਅਹਿਬਾਬ ਵਗੈਰਾ, ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਥੇ ਕੋਈ ਕਿਰਾਏ ਦੇ ਕਾਤਲ ਵਗੈਰਾ ਲੱਭੋ ਤੇ ਜਿੰਨੇ ਵੀ ਪੈਸੇ ਲੱਗੇ ਮੈਂ ਲਾਵਾਂਗਾ। ਉਹਨਾਂ ਨੇ ਭਾਈ ਕੋਈ ਕਿਰਾਏ ਦੇ ਕਾਤਲ ਲੱਭ ਲਏ। ਉਹਨਾਂ ਨੇ ਅੱਧਾ ਐਡਵਾਂਸ ਉਹਨਾਂ ਨੂੰ ਦਿੱਤਾ ਤੇ ਉਹਨੇ ਕਿਹਾ ਕਿ ਇਹ ਜਿਹੜੇ ਦੋਏ ਨੇ ਇਹਨਾਂ ਨੂੰ ਲੱਭ ਕੇ ਇਸ ਤਰ੍ਹਾਂ ਮਾਰਨਾ ਕਿ ਇਹਨਾਂ ਦੇ ਜਿਸਮ ਤੇ ਕੋਈ ਖਰਾਸ਼ ਵੀ ਨਾ ਆਵੇ, ਜ਼ਖਮ ਦੇ ਨਿਸ਼ਾਨ ਨਾ ਹੋਣ ਤੇ ਯਾਨੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੋਈ ਸਾਬਤ ਨਾ ਹੋਵੇ ਕਿ ਕਿਸੇ ਨੇ ਇਹਨਾਂ ਨੂੰ ਮਾਰਿਆ। ਉਹ ਮਰਨੇ ਵਾਲਿਆਂ ਨੇ ਪੈਸੇ ਲੈਣੇ ਸੀ ਭਾਈ। ਉਹਨਾਂ ਨੇ ਇਹਨਾਂ ਦੀ ਰਖਵਾਲੀ ਸ਼ੁਰੂ ਕਰਤੀ। ਇਹਨਾਂ ਨੂੰ ਲੱਭਿਆ ਜਾ ਕੇ ਹੈਦਰਾਬਾਦ ਸ਼ਹਿਰ ਦੇ ਵਿੱਚ ਰਹਿੰਦੇ ਸੀ ਤੇ ਉੱਥੋਂ ਫਿਰ ਡੇਲੀ ਦੇਖਣਾ ਵੀ ਕਿੰਨੇ ਵਜੇ ਆਉਂਦੇ, ਕਿੰਨੇ ਵਜੇ ਜਾਂਦੇ, ਕਿੰਨੇ ਵਜੇ ਸੌਂਦੇ। ਫਿਰ ਉਹਨਾਂ ਨੇ ਇੱਕ ਦਿਨ ਐਸਾ ਜੁਗਾੜ ਲਾਇਆ ਕਿ ਘਰ ਦੇ ਵਿੱਚ ਇਹਨਾਂ ਦੇ ਗੈਸ ਦਾ ਸਿਲੰਡਰ ਸੀ ਪਿਆ ਤੇ ਇਹਨਾਂ ਨੇ ਨਾ ਉਸ ਜਿੱਥੇ ਸੌਂਦੇ ਸੀ ਅੰਦਰ ਦੇ ਵਿੱਚ ਗੈਸ ਜਿਹੜੀ ਆ ਉਹ ਛੱਡ ਦਿੱਤੀ। ਜਿਸ ਵੇਲੇ ਗੈਸ ਛੱਡ ਦਿੱਤੀ ਤੇ ਉਹਨਾਂ ਦਾ ਜਿਹੜਾ ਦਮ ਘੁੱਟਣੇ ਦੇ ਨਾਲ ਨਾ ਸਾਹ ਬੰਦ ਹੋ ਗਿਆ ਤੇ ਦੋਨਾਂ ਦੀ ਮੌਤ ਵਾਕਿਆ ਹੋ ਜਾਂਦੀ ਆ। ਉਸ ਤੋਂ ਬਾਅਦ ਉਹਨਾਂ ਦੇ ਸ਼ਨਾਖਤੀ ਕਾਰਡ ਵੇਖ ਕੇ ਤੇ ਉਹਨਾਂ ਦੇ ਘਰਦਿਆਂ ਨੂੰ ਇਤਲਾਹ ਦਿੱਤੀ ਜਾਂਦੀ ਆ। ਉਹ ਲੜਕੇ ਦੇ ਘਰ ਦੇ ਵੀ ਆ ਜਾਂਦੇ ਆ, ਲੜਕੀ ਦੇ ਘਰ ਦੇ ਵੀ ਆ ਜਾਂਦੇ ਆ ਤੇ ਫਿਰ ਇਹਨੂੰ ਦੁਬਈ ਇਤਲਾਹ ਦਿੱਤੀ ਜਾਂਦੀ ਆ। ਇਹ ਫਿਰ ਦੁਬਈੋਂ ਟਿਕਟ ਲੈਂਦਾ, ਵਾਪਸ ਪਾਕਿਸਤਾਨ ਆ ਜਾਂਦਾ ਔਰ ਘਰਦਿਆਂ ਨੂੰ ਕਹਿੰਦਾ ਅੰਮੀ ਉਹਦਾ ਜਨਾਜ਼ਾ ਜਿਹੜਾ ਆਪਣੇ ਘਰੋਂ ਟੋਰਨਾ, ਕਿਉਂਕਿ ਉਹ ਮੇਰੀ ਬੀਵੀ ਸੀ, ਮੈਂ ਹਜੇ ਉਹਨੂੰ ਤਲਾਕ ਨਹੀਂ ਸੀ ਦਿੱਤੀ, ਉਹਨੂੰ ਘਰ ਲੈ ਕੇ ਆਵੋ। ਉਹਦੇ ਵਾਲਿदैन ਫਿਰ ਉਹਨੂੰ ਘਰ ਲੈ ਕੇ ਆਉਂਦੇ ਨੇ। ਲੋਕ ਬੜੇ ਹੈਰਾਨ ਹੋ ਜਾਂਦੇ ਨੇ ਕਿ ਯਾਰ ਕਿਸ ਤਰ੍ਹਾਂ ਦਾ ਖਾਮਦ ਆ ਜਿਹੜਾ ਆਪਣੀ ਬੀਵੀ ਨੂੰ ਮਾਫ ਕਰ ਦਿੱਤਾ। ਉਹਨੇ ਕਿਹਾ ਕਿ ਮੈਂ ਆਹ ਜਿਹੜੀ ਜ਼ਮੀਨ ਲਈ ਸੀ ਇੱਥੇ ਇੱਕ ਸੁਸਾਇਟੀ ਬਣਾਣੀ ਸੀ ਜਿਹਦਾ ਨਾਮ ਰਾਣੀਪੁਰ ਰੱਖਣਾ ਸੀ, ਲੇਕਿਨ ਹੁਣ ਮੈਂ ਰਾਣੀਪੁਰ ਕਬਰਸਤਾਨ ਰੱਖਾਂਗਾ ਇਸ ਦਾ ਨਾਮ। ਉਹਨੇ ਫਿਰ ਉੱਥੇ ਥੋੜੀ ਜਿਹੀ ਜ਼ਮੀਨ ਦਿੱਤੀ, ਕਬਰਸਤਾਨ ਬਣਾਇਆ। ਉਸ ਕਬਰਸਤਾਨ ਦਾ ਨਾਮ ਰੱਖਿਆ ਰਾਣੀਪੁਰ ਕਬਰਸਤਾਨ। ਇਸ ਤਰ੍ਹਾਂ ਉਹਨੇ ਉਹਦੇ ਕੋਲੋਂ ਬਦਲਾ ਵੀ ਲੈ ਲਿਆ ਤੇ ਪਤਾ ਵੀ ਨਹੀਂ ਕਿਸੇ ਨੂੰ ਲੱਗਾ ਤੇ ਲੋਕਾਂ ਦੇ ਸਾਹਮਣੇ ਫਿਰ ਚੰਗੇ ਦਾ ਚੰਗਾ। ਤੇ ਉਹ ਸਿਆਣੇ ਕਹਿੰਦੇ ਨੇ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ। ਉਹਨਾਂ ਦੋਨਾਂ ਨੂੰ ਉਹਨੇ ਬਾਹਰ ਬੈਠ ਕੇ ਹੀ ਮਰਵਾ ਦਿੱਤਾ ਔਰ ਪਤਾ ਵੀ ਨਹੀਂ ਲੱਗਾ। ਲੋਕਾਂ ਨੂੰ ਇਹੀ ਪਤਾ ਲੱਗਾ ਕਿ ਗੈਸ ਦੀ ਵਜ੍ਹਾ ਨਾਲ ਦਮ ਘੁੱਟਣ ਨਾਲ ਇਹ ਮਰ ਗਏ ਨੇ। ਤੇ ਇਸ ਤਰ੍ਹਾਂ ਇਹ ਸੀ ਸਟੋਰੀ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ। ਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਆ? ਜਿਹੜੇ ਬਾਹਰ ਰਹਿੰਦੇ ਨੇ ਦੁਬਈ ਦੇ ਵਿੱਚ, ਉਹ ਆਪਣੇ ਘਰ ਵਾਲਿਆਂ ਦਾ ਖਿਆਲ ਜ਼ਰੂਰ ਕਰਿਆ ਕਰਨ, ਉਹਨਾਂ ਦੇ ਨਾਲ ਰਾਬਤੇ ਜ਼ਰੂਰ ਰਿਹਾ ਕਰਨ, ਆਪਣੀਆਂ ਬੀਵੀਆਂ ਨੂੰ ਟਾਈਮ ਜ਼ਰੂਰ ਦਿਆ ਕਰਨ, ਵਰਨਾ ਇਸੇ ਤਰ੍ਹਾਂ ਦਾ ਕਿਸੇ ਦੇ ਨਾਲ ਵੀ ਕੋਈ ਮਾਮਲਾ ਹੋ ਸਕਦਾ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। अस्सलामु अलैकुम व रहमतुल्लाहि व बरकातुहू।